Good morning, students. Now we will start our next topic of chapter number 6th. ਅੱਜ ਆਪਾਂ 4th ਟੌਪਿਕ ਕਰਨਾ ਜਿਹਦਾ ਨਾਮ ਹੈਗਾ ਬੈਲੈਂਸ ਆਫ ਪੇਮੈਂਟਸ ਆਲਵੇਜ਼ ਬੈਲੈਂਸਿਸ। ਮਤਲਬ ਜਿਹੜਾ ਆਪਾਂ BOP ਪੜ੍ਹ ਰਹੇ ਹਾਂ ਕਹਿੰਦੇ ਉਹ ਹਮੇਸ਼ਾ ਕੀ ਮੰਨਿਆ ਜਾਂਦਾ ਕਿ ਉਹ ਬੈਲੈਂਸ ਦੇ ਵਿੱਚ ਹੁੰਦਾ। ਠੀਕ ਹੈ, ਭੁਗਤਾਨ ਬਾਕੀ ਹਮੇਸ਼ਾ ਸੰਤੁਲਿਤ ਹੁੰਦਾ ਹੈ। ਠੀਕ ਹੈ, ਕਿਵੇਂ ਹੁੰਦਾ ਦੇਖੋ, ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਬੈਲੈਂਸ ਦੇ ਵਿੱਚ ਕਦੋਂ ਹੁੰਦਾ। BOP ਦੇਖੋ, ਦਾ ਬੈਲੈਂਸ ਆਫ ਪੇਮੈਂਟ ਇਜ਼ ਸੈਡ ਟੂ ਬੈਲੈਂਸ। ਇਹਨੂੰ ਕਦੋਂ ਕਿਹਾ ਜਾਂਦਾ ਵੀ ਬੈਲੈਂਸ ਆਫ ਪੇਮੈਂਟ ਆ ਕੀ ਆ ਬੈਲੈਂਸ ਦੇ ਵਿੱਚ ਆ, ਸੰਤੁਲਨ ਦੇ ਵਿੱਚ ਆ। when the total of credit items is exactly equal to the total of debit items। ਠੀਕ ਹੈ, ਜਦੋਂ ਜਿਹੜੇ ਟੋਟਲ ਕ੍ਰੈਡਿਟ ਆਈਟਮਸ ਹੁੰਦੀ ਆ ਉਹ ਕਿਹਦੇ ਇਕੁਅਲ ਹੁੰਦੇ ਆ, ਟੋਟਲ ਡੈਬਿਟ ਆਈਟਮਸ। ਠੀਕ ਹੈ, ਜੋ ਆਪਾਂ ਕਿਸੇ ਨੂੰ ਕੀ ਆ ਪੇ ਕਰ ਰਹੇ ਹਾਂ, ਠੀਕ ਹੈ, ਉਹ ਕਿਹਦੇ ਬਰਾਬਰ ਹੈ, ਜੋ ਆਪਾਂ ਨੂੰ ਪ੍ਰਾਪਤ ਹੋ ਰਿਹਾ। ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਆਪਣੇ ਬੈਲੈਂਸ ਆਫ ਪੇਮੈਂਟ ਆ ਕਿਹਦੇ ਵਿੱਚ ਹੈ, ਬੈਲੈਂਸ ਦੇ ਵਿੱਚ। ਦੇਖੋ, ਭੁਗਤਾਨ ਬਾਕੀ ਨੂੰ ਸੰਤੁਲਿਤ ਉਦੋਂ ਸਮਝਿਆ ਜਾਂਦਾ ਹੈ ਜਦੋਂ ਕ੍ਰੈਡਿਟ ਮਦਾਂ ਦਾ ਜੋੜ, ਠੀਕ ਹੈ, ਸਾਰੀਆਂ ਕ੍ਰੈਡਿਟ ਮਦਾਂ ਦਾ ਜੋੜ ਉਹਦਾ ਪਲੱਸ ਉਹਦਾ ਸਮ ਬਿਲਕੁਲ ਡੈਬਿਟ ਮਦਾਂ ਦੇ ਜੋੜ ਦੇ ਬਰਾਬਰ ਹੁੰਦਾ ਹੈ। ਠੀਕ ਹੈ, ਜਿਹਦਾ ਕ੍ਰੈਡਿਟ ਮਦਾਂ ਦਾ ਕੁੱਲ ਜੋੜ ਆ ਜੀ ਕਿਹਦੇ ਬਰਾਬਰ ਹੁੰਦਾ, ਡੈਬਿਟ ਮਦਾਂ ਦੇ ਕੁੱਲ ਜੋੜ ਦੇ ਬਰਾਬਰ ਹੁੰਦਾ। ਸੋ ਕਹਿੰਦੇ ਦੇयर इज आइदर अ डेफिसिट और अ सरप्लस इन द करंट अकाउंट ऑफ BOP। ਆਪਾਂ ਕੱਲ ਦੋ ਅਕਾਊਂਟ ਪੜ੍ਹੇ ਸੀ, ਕਰੰਟ ਅਕਾਊਂਟ ਐਂਡ ਕੈਪੀਟਲ ਅਕਾਊਂਟ। ਕਹਿੰਦੇ ਕਈ ਵਾਰ ਕੀ ਹੋ ਜਾਂਦਾ ਵੀ ਜਿਹੜਾ ਚਾਲੂ ਖਾਤਾ ਹੁੰਦਾ, ਕਰੰਟ ਅਕਾਊਂਟ ਹੁੰਦਾ, ਉਹਦੇ ਵਿੱਚ ਜਾਂ ਤਾਂ ਉਹ ਘਾਟਾ ਆ ਜਾਂਦਾ, ਠੀਕ ਹੈ, ਜਾਂ ਫਿਰ ਉਹਦੇ ਵਿੱਚ ਵਾਧਾ ਆ ਜਾਂਦਾ। ਠੀਕ ਹੈ, ਜਦੋਂ ਕੀ ਆ ਆਪਣੇ ਕ੍ਰੈਡਿਟ ਆ ਉਹ ਘਟ ਜਾਂਦੇ ਆ ਡੈਬਿਟ ਦੇ ਨਾਲੋਂ, ਉਦੋਂ ਕੀ ਡੈਫਿਸਿਟ ਹੋ ਜਾਂਦਾ। ਠੀਕ ਹੈ, ਸਰਪਲਸ ਕਦੋਂ ਹੋਊਗਾ, ਸਰਪਲਸ ਮਤਲਬ ਹੁੰਦਾ ਵਾਧਾ ਹੋਣਾ, ਜਦੋਂ ਸਾਰਿਆਂ ਨੂੰ ਕੀ ਆ ਪ੍ਰੋਫਿਟ ਹੋ ਰਿਹਾ ਹੁੰਦਾ, ਉਦੋਂ ਕੀ ਆ ਆਪਣੇ ਕ੍ਰੈਡਿਟ ਆ ਜ਼ਿਆਦਾ ਹੁੰਦੇ ਆ ਡੈਬਿਟ ਦੇ ਨਾਲੋਂ। ਸੋ ਕੀ ਕਹਿੰਦੇ ਆ ਇਹ, ਕਹਿੰਦੇ ਕਈ ਵਾਰ ਕੀ ਆ ਆਪਣੇ BOP ਦੇ ਕਰੰਟ ਅਕਾਊਂਟ ਦੇ ਵਿੱਚ, ਚਾਲੂ ਖਾਤੇ ਦੇ ਵਿੱਚ ਘਾਟਾ ਆ ਜਾਂਦਾ ਜਾਂ ਵਾਧਾ ਆ ਜਾਂਦਾ। ਠੀਕ ਹੈ, ਤਾਂ ਫਿਰ ਕੀ ਹੁੰਦਾ, ਦਿਸ ਡੈਫਿਸਿਟ ਔਰ ਸਰਪਲਸ ਇਜ਼ ਮੈਟ ਬਾਈ ਟ੍ਰਾਂਸਫਰਸ ਇਨ ਦਾ ਕੈਪੀਟਲ ਅਕਾਊਂਟ। ਠੀਕ ਹੈ, ਹੁਣ ਇਹ ਵਾਧੇ ਘਾਟੇ ਨੂੰ ਤੇ ਵਾਧੇ ਨੂੰ ਕੀ ਆ ਬੈਲੈਂਸ ਦੇ ਵਿੱਚ ਕਰਨ ਦੇ ਲਈ, ਠੀਕ ਹੈ, ਘਾਟੇ ਨੂੰ ਪੂਰਾ ਕਰਨ ਲਈ, ਵਾਧੇ ਨੂੰ ਘੱਟ ਕਰਨ ਦੇ ਲਈ, ਮਤਲਬ ਇਕੁਅਲ ਕਰਨ ਦੇ ਲਈ ਕੀ ਕਰਨਾ ਪੈਂਦਾ, ਕਿਹਦੇ ਵਿੱਚ ਜਿਹੜੇ ਆਹ ਵਾਧੇ ਜਾਂ ਘਾਟੇ ਨੂੰ ਟ੍ਰਾਂਸਫਰ ਕੀਤਾ ਜਾਂਦਾ, ਕੈਪੀਟਲ ਅਕਾਊਂਟ ਦੇ ਵਿੱਚ। ਠੀਕ ਹੈ, ਕਰੰਟ ਅਕਾਊਂਟ ਦੇ ਵਾਧੇ ਜੇ ਘਾਟੇ ਨੂੰ ਕਿਹਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ, ਕੈਪੀਟਲ ਅਕਾਊਂਟ ਦੇ ਵਿੱਚ। ਠੀਕ ਹੈ, ਤਾਂ ਕਰਕੇ ਕੀ ਹੈ ਜਿਹੜਾ ਵਾਧਾ ਤੇ ਘਾਟਾ ਕੀ ਹੈ ਕੈਪੀਟਲ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਕੇ ਕੀ ਹੈ ਇਕੁਅਲ ਹੋ ਸਕਦਾ, ਹੋ ਜਾਂਦਾ। ਠੀਕ ਹੈ, in other words the balance of payments is made to balance through the capital account। ਠੀਕ ਹੈ, ਦੂਜੇ ਸ਼ਬਦਾਂ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿ ਭੁਗਤਾਨ ਬਾਕੀ ਆ ਉਹਨੂੰ ਕੀ ਆ ਪੂੰਜੀ ਖਾਤੇ ਰਾਹੀਂ ਬਰਾਬਰ ਕੀਤਾ ਜਾਂਦਾ। ਆਪਾਂ ਕਹਿਣਾ ਵੀ ਪੂੰਜੀ ਖਾਤੇ ਦੇ ਰਾਹੀਂ ਉਹਨੂੰ ਟ੍ਰਾਂਸਫਰ ਕੀਤਾ ਜਾਂਦਾ ਕਿ ਸਾਰਾ ਜੋ ਵਾਧਾ ਜਾਂ ਘਾਟਾ ਹੋਊਗਾ ਕੈਪੀਟਲ ਅਕਾਊਂਟ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ। ਠੀਕ ਹੈ, ਫਿਰ ਕੀ ਆ ਉਹ ਵਾਧੇ ਤੇ ਘਾਟੇ ਨੂੰ ਕੀ ਆ ਸੰਤੁਲਿਤ ਕੀਤਾ ਜਾਂਦਾ, ਬਰਾਬਰ ਕੀਤਾ ਜਾਂਦਾ। ਸੋ ਦੇਖੋ, ਬੈਲੈਂਸ ਆਫ ਪੇਮੈਂਟ ਵਿੱਚ ਆਪਾਂ ਪਹਿਲਾਂ ਹੀ ਪੜ੍ਹਿਆ ਇੱਕ ਡੈਬਿਟ ਸਾਈਡ ਹੁੰਦੀ ਹੈ, ਇੱਕ ਕ੍ਰੈਡਿਟ ਸਾਈਡ ਹੁੰਦੀ ਹੈ। ਕ੍ਰੈਡਿਟ ਸਾਈਡ ਉਹ ਹੁੰਦੀ ਹੈ ਜਿਹਦੇ ਵਿੱਚ ਆਪਾਂ ਨੂੰ ਪ੍ਰਾਪਤੀਆਂ ਹੁੰਦੀਆਂ, ਡੈਬਿਟ ਸਾਈਡ ਉਹ ਹੁੰਦੀ ਹੈ ਜਿਹਦੇ ਵਿੱਚ ਕੀ ਆ ਆਪਾਂ ਨੂੰ ਕੀ ਆ ਭੁਗਤਾਨ ਹੁੰਦੇ ਆ, ਆਪਾਂ ਭੁਗਤਾਨ ਕਰਦੇ ਆ, ਪੇਮੈਂਟਸ ਕਰਦੇ ਆ। ਦੇਖੋ ਪਹਿਲਾਂ ਕੀ ਹੈ ਜਿਹੜੇ ਆਪਾਂ ਭੁਗਤਾਨ ਕੀਤੇ ਆ, ਪੇਮੈਂਟਸ ਕੀਤੇ ਆ, ਉਹਨਾਂ ਦਾ ਸਾਰਾ ਸਮ ਆਪਾਂ, ਠੀਕ ਹੈ, ਕਰੰਟ ਅਕਾਊਂਟ ਦਾ, ਤੇ ਇਧਰਲੀ ਸਾਈਡ ਤੇ ਕੀ ਹੈ ਕ੍ਰੈਡਿਟ ਅਕਾਊਂਟ ਦਾ ਸਾਰਿਆਂ ਦਾ ਸਮ ਕੀਤਾ ਹੋਇਆ। ਠੀਕ ਹੈ, ਹੁਣ ਆਪਣੇ ਟੋਟਲ ਜਿਹੜੇ ਆ ਡੈਬਿਟ ਆ ਉਹ 515 ਤੇ ਕ੍ਰੈਡਿਟ ਕਿੰਨੇ ਆ 385। ਠੀਕ ਹੈ, ਹੁਣ ਦੇਖੋ ਆਪਣੇ ਕੀ ਹੈ ਡੈਬਿਟ ਜ਼ਿਆਦਾ ਵਾ, ਠੀਕ ਹੈ, ਤੇ ਕੀ ਆ ਕ੍ਰੈਡਿਟ ਘੱਟ ਆ। ਸੋ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਆਪਾਂ ਨੂੰ ਘਾਟੇ ਵਿੱਚ ਜਾ ਰਿਹਾ ਕੰਮ। ਠੀਕ ਹੈ, ਜਦੋਂ ਆਪਾਂ 515 ਦੇ ਵਿੱਚੋਂ 385 ਨੂੰ ਘਟਾਵਾਂਗੇ ਤਾਂ ਆਪਾਂ ਨੂੰ ਕਿੰਨਾ ਘਾਟਾ ਹੋ ਗਿਆ, ਇੰਨੇ ਕਰੋੜ ਰੁਪਏ, 130 ਕਰੋੜ ਰੁਪਏ ਦਾ ਘਾਟਾ ਹੋ ਗਿਆ। ਹੁਣ ਇਹ ਘਾਟਾ ਪੂਰਾ ਕਿਵੇਂ ਹੋਊਗਾ, ਆਪਾਂ ਪੜ੍ਹਿਆ ਸੀ ਵੀ ਕੈਪੀਟਲ ਅਕਾਊਂਟ ਦੇ ਵਿੱਚ ਇਹ ਪੂਰਾ ਹੋਊਗਾ। ਠੀਕ ਹੈ, ਉਦਾਂ ਹੀ ਕੈਪੀਟਲ ਅਕਾਊਂਟ ਦੇ ਵਿੱਚ ਪੂੰਜੀ ਖਾਤੇ ਦੇ ਵਿੱਚ ਕੀ ਆ
ਜਿਹੜੀਆਂ ਸਾਰੀਆਂ ਆਈਟਮਸ ਦਾ ਪਲੱਸ ਕੀਤਾ ਜਾਂਦਾ ਇੱਧਰ ਡੈਬਿਟ ਸਾਈਡ ਤੇ ਇੱਧਰ ਕ੍ਰੈਡਿਟ ਸਾਈਡ ਤੇ। ਹੁਣ ਦੇਖੋ ਇਹਦੇ ਵਿੱਚ ਕੀ ਆ, ਇਹਦੇ ਵਿੱਚ ਜਿਹੜੇ ਆਪਣੇ ਡੈਬਿਟ ਆ ਉਹ 300 ਆ ਤੇ ਜਿਹੜੇ ਕ੍ਰੈਡਿਟ ਆ ਉਹ ਹੈਗੇ ਆ 430। ਹੁਣ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਡੈਬਿਟ ਆ ਉਹ ਘੱਟ ਆ ਕ੍ਰੈਡਿਟ ਦੇ ਨਾਲੋਂ, ਕ੍ਰੈਡਿਟ ਵੱਧ ਗਿਆ ਮਤਲਬ ਸਰਪਲਸ ਹੋ ਗਿਆ, ਜੇ ਕ੍ਰੈਡਿਟ ਘੱਟ ਆ ਤਾਂ ਡੈਫੀਸਿਟ ਸੀਗਾ। ਠੀਕ ਹੈ, ਹੁਣ ਦੇਖੋ ਜਦੋਂ ਆਪਾਂ ਕ੍ਰੈਡਿਟ ਚੋਂ ਠੀਕ ਹੈ ਡੈਬਿਟ ਮਾਈਨਸ ਕਰਾਂਗੇ ਤਾਂ ਆਪਾਂ ਨੂੰ ਕਿੰਨਾ ਵਾਧਾ ਹੋ ਗਿਆ 130 ਰੁਪਏ ਦਾ। 130 ਰੁਪਏ ਦਾ ਘਾਟਾ ਕਿੱਥੇ ਜਾ ਕੇ ਪੂਰਾ ਕੀਤਾ, ਕੈਪੀਟਲ ਅਕਾਊਂਟ ਦੇ ਵਿੱਚ, ਜੋ ਆਪਸ ਵਿੱਚ ਇਕੱਠਾ ਕਰਕੇ ਬਰਾਬਰ ਹੋ ਜਾਂਦਾ। ਠੀਕ ਹੈ, ਜਦੋਂ ਆਪਾਂ ਇਹਨਾਂ ਦਾ ਟੋਟਲ ਪਲੱਸ ਕਰਾਂਗੇ ਤਾਂ ਇੱਧਰ ਕੀ ਬਣ ਗਿਆ, ਜਿਹੜੇ ਟੋਟਲ ਡੈਬਿਟ ਸੀ ਕਿੰਨੇ ਬਣ ਗਏ 515 ਤੇ ਟੋਟਲ ਕ੍ਰੈਡਿਟ ਕਿੰਨੇ ਬਣ ਗਏ 515। ਸੋ ਕੀ ਹੈ ਕ੍ਰੈਡਿਟ ਇਕੁਅਲ ਟੂ ਡੈਬਿਟ, ਮਤਲਬ ਕੀ ਹੈ ਭੁਗਤਾਨ ਆਪਾਂ ਸੰਤੁਲਨ ਦੇ ਵਿੱਚ ਹੋ ਗਿਆ। ਸੋ ਤਾਂ ਹੀ ਕਿਹਾ ਜਾਂਦਾ ਵੀ ਜਿਹੜਾ ਭੁਗਤਾਨ ਬਾਕੀ ਨੂੰ ਪੂੰਜੀ ਖਾਤੇ ਦੇ ਰਾਹੀਂ ਬਰਾਬਰ ਕੀਤਾ ਜਾਂਦਾ ਤੇ ਸੰਤੁਲਿਤ ਕੀਤਾ ਜਾਂਦਾ ਤੇ ਉਹ ਕੀ ਆ ਆਲਵੇਜ਼ ਬੈਲੈਂਸ ਦੇ ਵਿੱਚ ਹੁੰਦਾ। ਸੋ ਤੁਹਾਡਾ ਅਗਲਾ ਟੌਪਿਕ ਕੀ ਆ, ਠੀਕ ਹੈ, ਆਟੋਨੋਮਸ ਐਂਡ ਅਕਮੋਡੇਟਿੰਗ ਆਈਟਮਸ ਇਨ BOP। ਠੀਕ ਹੈ, ਆਟੋਨੋਮਸ ਆਈਟਮਸ ਕੀ ਹੁੰਦੀਆਂ ਤੇ ਅਕਮੋਡੇਟਿੰਗ ਜਿਹੜੀਆਂ ਆਈਟਮਸ ਕੀ ਹੁੰਦੀਆਂ। ਪੰਜਾਬੀ ਵਿੱਚ ਇਹਨੂੰ ਭੁਗਤਾਨ ਬਾਕੀ ਦੇ ਵਿੱਚ ਸੁਤੰਤਰ ਮਤਲਬ ਆਟੋਨੋਮਸ ਤੇ ਸਹਾਇਕ ਮਤਲਬ ਅਕਮੋਡੇਟਿੰਗ ਆਈਟਮਸ ਕਿਹਾ ਜਾਂਦਾ। ਠੀਕ ਹੈ, ਪਹਿਲਾਂ ਆਪਾਂ ਪੜ੍ਹਦੇ ਹਾਂ ਵੀ ਆਟੋਨੋਮਸ ਆਈਟਮਸ ਕੀ ਹੁੰਦੀਆਂ। ਦੇਖੋ ਇਹਨੂੰ ਪੰਜਾਬੀ ਦੇ ਵਿੱਚ ਕੀ ਆ, ਸੁਤੰਤਰ ਮਦਾਂ ਜਾਂ ਰੇਖਾ ਤੋਂ ਉੱਪਰ ਦੀਆਂ ਮਦਾਂ ਵੀ ਕਿਹਾ ਜਾਂਦਾ। ਰੇਖਾ ਤੋਂ ਉੱਪਰ ਕਿਉਂ ਕਿਹਾ ਜਾਂਦਾ ਇਹ ਵੀ ਆਪਾਂ ਪੜਾਂਗੇ। ਠੀਕ ਹੈ, autonomous items are those items of BOP account which are based on the economic objectives such as profit maximization and take place spontaneously। ਦੇਖੋ ਸੁਤੰਤਰ ਮਦਾਂ ਉਹ ਹੁੰਦੀਆਂ, ਆਟੋਨੋਮਸ ਆਈਟਮਸ ਉਹ ਹੁੰਦੀਆਂ ਜਿਨ੍ਹਾਂ ਦਾ ਉਦੇਸ਼ ਕੀ ਹੁੰਦਾ, ਸਿਰਫ ਪ੍ਰੋਫਿਟ ਕਮਾਉਣਾ। ਠੀਕ ਹੈ, ਜਿਹੜਾ ਲੈਣ ਦੇਣ ਸਿਰਫ ਪ੍ਰੋਫਿਟ ਮੈਕਸੀਮਾਈਜੇਸ਼ਨ ਦੇ ਲਈ, ਵੱਧ ਤੋਂ ਵੱਧ ਪ੍ਰੋਫਿਟ ਪ੍ਰਾਪਤ ਕਰਨ ਦੇ ਲਈ ਕੀਤਾ ਜਾਂਦਾ। ਠੀਕ ਹੈ, ਉਹ ਲੈਣ ਦੇਣ ਨੂੰ ਕੀ ਕਿਹਾ ਜਾਂਦਾ, ਆਟੋਨੋਮਸ ਆਈਟਮਸ ਕਿਹਾ ਜਾਂਦਾ। ਦੇਖੋ ਇਹਨਾਂ ਦਾ ਸੰਬੰਧ ਉਹਨਾਂ ਆਰਥਿਕ ਲੈਣ ਦੇਣ ਦੇ ਨਾਲ ਹੈ ਜੋ ਬਾਕੀ ਦੁਨੀਆ ਦੇ ਨਾਲ ਹੁੰਦਾ ਹੈ। ਠੀਕ ਹੈ, ਜੋ ਲੈਣ ਦੇਣ ਆਪਾਂ ਬਾਕੀ ਸਾਰੀ ਦੁਨੀਆ ਦੇ ਨਾਲ ਕਰਦੇ ਹਾਂ। ਠੀਕ ਹੈ, ਉਹਨਾਂ ਦਾ ਉਦੇਸ਼ ਕੀ ਆ, ਵੱਧ ਤੋਂ ਵੱਧ ਲਾਭ ਕਮਾਉਣਾ। ਸੁਤੰਤਰ ਲੈਣ ਦੇਣ ਚਾਲੂ ਖਾਤੇ ਅਤੇ ਪੂੰਜੀ ਖਾਤੇ ਦੋਵੇਂ ਖਾਤਿਆਂ ਵਿੱਚ ਹੁੰਦਾ ਹੈ। ਠੀਕ ਹੈ, ਇਹਦੇ ਵਿੱਚ ਕੀ ਆ, ਸੁਤੰਤਰ ਲੈਣ ਦੇਣ ਆ ਜਿਹੜਾ ਆਟੋਨੋਮਸ ਆਈਟਮਸ ਆ ਉਹ ਚਾਲੂ ਖਾਤੇ ਦੇ ਵਿੱਚ ਵੀ ਹੁੰਦੀਆਂ ਤੇ ਪੂੰਜੀ ਖਾਤੇ ਦੋਨੋਂ ਖਾਤਿਆਂ ਦੇ ਵਿੱਚ ਹੁੰਦੀਆਂ। ਦੇਖੋ all items in the current account of the BOP and long term capital flows such as a foreign investment। ਦੇਖੋ ਹੁਣ ਆਟੋਨੋਮਸ ਆਈਟਮਸ ਕੀ ਹੁੰਦੀਆਂ, ਇਹਨਾਂ ਨੂੰ ਕਰੰਟ ਅਕਾਊਂਟ ਦੇ ਵਿੱਚ ਵੀ ਲਿਆ ਜਾਂਦਾ ਤੇ ਲੌਂਗ ਟਰਮ ਕੈਪੀਟਲ ਫਲੋ ਵਿੱਚ ਤੇ ਕੈਪੀਟਲ ਅਕਾਊਂਟ ਦੇ ਵਿੱਚ ਵੀ ਲਿਆ ਜਾਂਦਾ। ਠੀਕ ਹੈ, ਇਹਨਾਂ ਨੂੰ ਕੀ ਹੋਰ ਵੀ ਕੀ ਕਿਹਾ ਜਾਂਦਾ, ਅਬਵ ਦਾ ਲਾਈਨ ਵੀ ਕਿਹਾ ਜਾਂਦਾ। ਠੀਕ ਹੈ, ਮੰਨ ਲਓ ਕਿਸੇ ਕੰਪਨੀ ਨੇ ਇੰਡੀਆ ਦੇ ਵਿੱਚ ਆ ਕੇ ਕੀ ਆ, ਕੁਝ ਇੰਡੀਆ ਦੇ ਕੰਪਨੀ ਦੇ ਕੀ ਆ ਸ਼ੇਅਰਸ ਨੂੰ ਖਰੀਦ ਲਿਆ, ਪਰਚੇਜ਼ ਕਰ ਲਿਆ। ਹੁਣ ਜੋ ਵੀ ਉਹਨਾਂ ਨੂੰ ਪ੍ਰੋਫਿਟ ਪ੍ਰਾਪਤ ਹੋਊਗਾ ਉਹ ਆਪਣੀ ਕੰਟਰੀ ਦੇ ਵਿੱਚ ਲੈ ਕੇ ਚਲੇ ਜਾਣਗੇ, ਮਤਲਬ ਉਹਨਾਂ ਨੂੰ ਪ੍ਰੋਫਿਟ ਹੋ ਰਿਹਾ ਸਿਰਫ। ਠੀਕ ਹੈ, ਹੋਰ ਉਹਨਾਂ ਨਾਲ ਕੋਈ ਕਿਸੇ ਨੂੰ ਫਾਇਦਾ ਨਹੀਂ ਹੋ ਰਿਹਾ। ਠੀਕ ਹੈ, ਸਿਰਫ ਉਹਨਾਂ ਦਾ ਕੀ ਮੋਟਿਵ ਸੀ ਕਿ ਸ਼ੇਅਰਸ ਖਰੀਦੋ ਤੇ ਕੀ ਆ ਪ੍ਰੋਫਿਟ ਕਮਾਓ। ਇੱਦਾਂ ਹੀ ਜਿਹੜੀ ਫੋਰਨ ਇਨਵੈਸਟਮੈਂਟ ਕੀਤੀ ਜਾਂਦੀ ਹੈ। ਠੀਕ ਹੈ, ਫੋਰਨ ਤੋਂ ਮਤਲਬ ਵਿਦੇਸ਼ੀ ਜਿਹੜੀ ਨਿਵੇਸ਼ ਕੀਤਾ ਜਾਂਦਾ ਉਹ ਸਿਰਫ ਕੀ ਆ ਲਾਭ ਕਮਾਉਣ ਲਈ ਕੀਤਾ ਜਾਂਦਾ। ਕਮਰਸ਼ੀਅਲ ਬੋਰਿੰਗਸ ਕੀਤੀਆਂ ਜਾਂਦੀਆਂ ਜਿਹੜੀਆਂ ਵਪਾਰ ਦੇ ਲਈ ਕਿਹੜੇ ਉਧਾਰ ਲਏ ਜਾਂਦੇ ਆ ਉਹ ਵੀ ਪ੍ਰੋਫਿਟ ਕਮਾਉਣ ਲਈ ਕੀਤੇ ਜਾਂਦੇ ਆ। ਠੀਕ ਹੈ, NRI ਡਿਪੋਜ਼ਿਟਸ ਕਰਵਾਉਂਦੇ ਆ ਉਹ ਵੀ ਕੀ ਆ ਆਟੋਨੋਮਸ ਆਈਟਮਸ ਹੁੰਦੀਆਂ। ਠੀਕ ਹੈ, ਇਸ ਤੋਂ ਅੱਗੇ ਦੇਖੋ ਵੀ ਅਕਮੋਡੇਟਿੰਗ ਆਈਟਮਸ ਕੀ ਹੁੰਦੀਆਂ। ਅਕਮੋਡੇਟਿੰਗ ਕੀ ਹੁੰਦਾ ਵੀ ਕਿਸੇ ਦੀ ਹੈਲਪ ਕਰਨਾ। ਠੀਕ ਹੈ, ਸਹਾਇਤਾ ਕਰਨਾ। ਸੋ ਇਹਨੂੰ ਕੀ ਕਿਹਾ ਜਾਂਦਾ, ਸਹਾਇਕ ਮਦਾਂ ਜਾਂ ਰੇਖਾ ਤੋਂ ਹੇਠਾਂ ਦੀਆਂ ਮਦਾਂ ਵੀ ਕਿਹਾ ਜਾਂਦਾ। ਦੇਖੋ accommodative items are short term capital flows in the capital account which are made to offset the deficit or the surplus in BOP।
ਅਕਮੋਡੇਟਿੰਗ ਵਿੱਚ ਕੁਛ ਨਹੀਂ, ਇਹ ਕਿਹਦੀ ਇਹਦੇ ਵਿੱਚ ਕੀ ਆ, ਸਿਰਫ ਕੈਪੀਟਲ ਕੀ ਆ ਅਕਾਊਂਟ ਨੂੰ ਲਿਆ ਜਾਂਦਾ ਹੈ, ਕੈਪੀਟਲ ਅਕਾਊਂਟ ਦਾ ਇਹ ਇੱਕ ਹਿੱਸਾ ਹੁੰਦੀਆਂ, ਠੀਕ ਹੈ। ਇਹਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ, ਆਪਾਂ ਪਹਿਲਾਂ ਵੀ ਪੜ੍ਹਿਆ ਵੀ ਜਿਹੜੇ ਕੈਪੀਟਲ ਆ ਅਕਾਊਂਟ ਉਹਦੀ ਵਰਤੋਂ ਸਿਰਫ ਜਿਹੜੇ ਡੈਫੀਸਿਟ ਆਇਆ ਹੁੰਦਾ ਜਾਂ ਫਿਰ ਸਰਪਲਸ ਹੁੰਦਾ BOP ਉਹਨੂੰ ਆਫਸੈਟ ਕਰਨ ਲਈ, ਉਹਨੂੰ ਸੈੱਟ ਕਰਨ ਦੇ ਲਈ ਕੀ ਆ ਇਹਦੀ ਵਰਤੋਂ ਕੀਤੀ ਜਾਂਦੀ ਹੈ। ਦੇਖੋ ਕਹਿੰਦੇ ਸਹਾਇਕ ਮਦਾਂ ਮਤਲਬ ਅਕੋਮੋਡੇਟਿੰਗ ਆਈਟਮਸ ਦੇ ਵਿੱਚ ਜੋ ਭੁਗਤਾਨ ਬਾਕੀ ਦੀ ਪਛਾਣ ਕਾਇਮ ਕਰਨ ਲਈ ਕੀਤੀਆਂ ਜਾਂਦੀਆਂ, ਠੀਕ ਹੈ। ਪਛਾਣ ਕਾਇਮ ਕਰਨ ਲਈ ਮਤਲਬ ਭੁਗਤਾਨ ਬਾਕੀ ਦੇ ਵਿੱਚ ਕੀ ਆ ਜਿਹੜਾ ਡੈਫੀਸਿਟ ਜਾਂ ਸਰਪਲਸ ਹੋ ਰਿਹਾ ਉਹਨੂੰ ਠੀਕ ਕਰਨ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਦੀ ਲਾਭ ਤੋਂ ਨਹੀਂ ਕੀਤੀ ਜਾਂਦੀ, ਮਤਲਬ ਇਹਨਾਂ ਦੀ ਵਰਤੋਂ ਆ ਜਿਹੜੀ ਉਹ ਲਾਭ ਕਮਾਉਣ ਲਈ ਨਹੀਂ ਕੀਤੀ ਜਾਂਦੀ। ਇਹਦਾ ਸੰਬੰਧ ਕਿਹਦੇ ਨਾਲ ਹੁੰਦਾ, ਓਨਲੀ ਪੂੰਜੀ ਖਾਤੇ ਨਾਲ, ਕੈਪੀਟਲ ਅਕਾਊਂਟ ਦੇ ਨਾਲ ਇਹਨਾਂ ਦਾ ਸੰਬੰਧ ਹੁੰਦਾ। ਐਗਜ਼ਾਮਪਲ ਦੇਖੋ, ਜੇ ਭੁਗਤਾਨ ਬਾਕੀ ਦੇ ਵਿੱਚ ਚਾਲੂ ਖਾਤੇ ਵਿੱਚ ਘਾਟਾ ਜਾਂ ਘਾਟੇ ਦੇ ਲਈ ਬਾਕੀ ਦੁਨੀਆ, ਠੀਕ ਹੈ। ਜੇ ਕੀ ਹੈ ਚਾਲੂ ਖਾਤੇ ਦੇ ਵਿੱਚ, ਠੀਕ ਹੈ, ਕਰੰਟ ਅਕਾਊਂਟ ਦੇ ਵਿੱਚ ਆਪਾਂ ਪਹਿਲਾਂ ਵੀ ਪੜ੍ਹਿਆ ਸੀ ਜੇ ਘਾਟਾ ਜਾਂ ਵਾਧਾ ਹੁੰਦਾ ਤਾਂ ਉਹ ਘਾਟੇ ਨੂੰ ਕਿਵੇਂ ਪੂਰਾ ਕੀਤਾ ਜਾਂਦਾ, ਬਾਕੀ ਦੁਨੀਆ ਤੋਂ ਉਧਾਰ ਲੈ ਕੇ। ਤਾਂ ਹੀ ਇਹਦੇ ਵਿੱਚ ਕੀ ਆ ਜਿਹੜਾ ਬੋਰਿੰਗਸ ਨੂੰ ਇਨਕਲੂਡ ਕੀਤਾ ਜਾਂਦਾ, ਮਤਲਬ ਕਿਸੇ ਤੋਂ ਉਧਾਰ ਲੈਣਾ, ਉਹ ਚਾਹੇ IMF ਤੋਂ ਲੈ ਲੇ, ਚਾਹੇ ਸੈਂਟਰਲ ਬੈਂਕ ਤੋਂ ਲੈ ਲੇ ਜਾਂ ਬਾਕੀ ਕੰਟਰੀਜ਼ ਤੋਂ ਲੈ ਲੇ। ਸੋ ਠੀਕ ਹੈ, ਹੁਣ ਕੀ ਕਹਿਣਾ ਆਪਾਂ, ਸਹਾਇਕ ਮਦਾਂ ਉਹੀ ਹੁੰਦੀਆਂ ਜਿਨ੍ਹਾਂ ਦਾ ਕੀ ਆ ਵਰਤੋਂ ਕਿਉਂ ਕੀਤੀ ਜਾਂਦੀ ਹੈ, ਸਿਰਫ ਡੈਫੀਸਿਟ ਜਾਂ ਕਿਸੇ ਵੀ ਤਰ੍ਹਾਂ ਦਾ ਸਰਪਲਸ ਆ, ਠੀਕ ਹੈ, ਉਹਨੂੰ ਠੀਕ ਕਰਨ ਦੇ ਲਈ। ਇਹਦਾ ਸੰਬੰਧ ਕੀ ਸਿਰਫ ਕਿਹਦੇ ਨਾਲ ਹੁੰਦਾ, ਪੂੰਜੀ ਖਾਤੇ ਲਈ, ਠੀਕ ਹੈ। ਚਾਲੂ ਖਾਤੇ ਵਿੱਚ ਜੋ ਵੀ ਘਾਟਾ ਆ ਜਾਂਦਾ ਉਹ ਦੁਨੀਆ ਤੋਂ ਬਾਕੀਆਂ ਤੋਂ ਉਧਾਰ ਲੈ ਕੇ ਕੀ ਇਹਨੂੰ ਪੂਰਾ ਕੀਤਾ ਜਾਂਦਾ। ਦੇਖੋ ਆਪਾਂ ਹੁਣ ਦੇਖਣਾ ਵੀ ਇਹ ਅਬਵ ਦਾ ਲਾਈਨ ਕਿਵੇਂ ਆ ਤੇ ਬਿਲੋ ਦਾ ਲਾਈਨ ਕੀ ਆ, ਠੀਕ ਹੈ। ਜਿਹੜੇ ਕੀ ਕਹਿੰਦੇ ਆ ਆਪਾਂ ਸਹਾਇਕ ਮਦਾਂ ਪੜ੍ਹੀਆਂ, ਅਕਮੋਡੇਟਿੰਗ ਪੜ੍ਹੀਆਂ, ਉਹਦਾ ਹੋਰ ਕੀ ਨਾਮ ਆ, ਉਹਨੂੰ ਆਲਸੋ ਨੋਨ ਐਜ਼ ਦਾ ਬਿਲੋ ਦਾ ਲਾਈਨ, ਠੀਕ ਹੈ, ਉਹਨੂੰ ਬਿਲੋ ਦਾ ਲਾਈਨ ਵੀ ਕਿਹਾ ਜਾਂਦਾ। ਦੇਖੋ ਆਪਾਂ ਐਗਜ਼ਾਮਪਲ ਰਾਹੀਂ ਦੇਖਦੇ ਹਾਂ, ਇਹ ਜਰਨਲ ਐਗਜ਼ਾਮਪਲ ਆ ਸਿਰਫ, ਠੀਕ ਹੈ, ਤੁਸੀਂ ਐਕਸਪਲੇਨੇਸ਼ਨ ਵਿੱਚ ਇਹ ਨਹੀਂ ਬਣਾਉਣਾ। ਦੇਖੋ ਆ ਕੀ ਆ, BOP ਆ, ਕਾਹਦੇ ਦੇ ਵਿੱਚ ਆ, ਇਕੁਇਲੀਬ੍ਰੀਅਮ ਦੇ ਵਿੱਚ ਆ, ਸੰਤੁਲਨ ਦੇ ਵਿੱਚ ਆ। ਹੁਣ ਜੇ ਇਹ ਨੀਚੇ ਚਲਿਆ ਗਿਆ ਮਤਲਬ ਭਾਰ ਕਿਹਦੇ ਤੇ ਆਇਆ, ਅਕਮੋਡੇਟਿੰਗ ਆਈਟਮਸ ਤੇ, ਕਿਉਂਕਿ ਅਕਮੋਡੇਟਿੰਗ ਆਈਟਮਸ ਨੇ ਹੀ ਇਹਨੂੰ ਸਹੀ ਕਰਨਾ, ਠੀਕ ਹੈ, ਇਹਨੂੰ ਉੱਪਰ ਲੈ ਕੇ ਆਉਣਾ। ਸੋ ਜਿਹੜਾ ਆਟੋਨੋਮਸ ਆ ਉਹਦਾ ਕੰਮ ਕੀ ਆ, ਸਿਰਫ ਪ੍ਰੋਫਿਟ ਕਮਾਉਣਾ, ਉਹਨੂੰ ਮੈਕਸੀਮਾਈਜ਼ ਕਰਨਾ। ਸੋ ਇਹ ਕੀ ਹੈ, ਡਿਪੈਂਡੈਂਟ ਆ, ਮਤਲਬ ਇਹ ਕਿਸੇ ਤੇ ਡਿਪੈਂਡੈਂਟ ਨਹੀਂ ਕਰਦਾ। ਹੁਣ ਜਿਹੜਾ ਅਕਮੋਡੇਟਿੰਗ ਆਈਟਮਸ ਆ ਉਹ ਕੀ ਆ, ਇੰਡੀਪੈਂਡੈਂਟ, ਉਹ ਕਿਹਦੇ ਤੇ ਡਿਪੈਂਡ ਕਰਦਾ, ਆਟੋਨੋਮਸ ਤੇ, ਕਿਉਂਕਿ ਆਟੋਨੋਮਸ ਦੇ ਨਾਲ ਜੇਕਰ ਕੀ ਆ ਘਾਟਾ ਜਾਂ ਵਾਧਾ ਹੁੰਦਾ ਤਾਂ ਕੀ ਆ ਇਹ ਉੱਪਰ ਜਾਂ ਨੀਚੇ ਚਲਾ ਜਾਊ। ਸੋ ਆਪਾਂ ਕਹਿ ਸਕਦੇ ਹਾਂ ਵੀ ਇਹ ਹਮੇਸ਼ਾ ਕੀ ਆ ਜਿਹੜਾ ਆਟੋਨੋਮਸ ਆ ਹਮੇਸ਼ਾ ਉੱਪਰ ਰਹਿੰਦਾ, ਤਾਂ ਕਰਕੇ ਇਹਨੂੰ ਅਬਵ ਦਾ ਲਾਈਨ ਕਿਹਾ ਜਾਂਦਾ, ਠੀਕ ਹੈ। ਤੇ ਜਿਹੜਾ ਆ ਅਕਮੋਡੇਟਿਵ ਆ ਇਹ ਕੀ ਆ, ਬਿਲੋ ਦਾ ਲਾਈਨ ਹੁੰਦਾ, ਇਹ ਲਾਈਨ ਦੇ ਹਮੇਸ਼ਾ ਨੀਚੇ ਰਹਿੰਦਾ ਕਿਉਂਕਿ ਇਹਨੇ ਐਡਜਸਟ ਕਰਨਾ ਹੁੰਦਾ। ਮੰਨ ਲਓ ਜੇ ਲਾਈਨ ਇੱਧਰ ਚਲੀ ਗਈ, ਆਪਾਂ ਨੂੰ ਘਾਟਾ ਹੋ ਰਿਹਾ ਤਾਂ ਇਹ ਕੀ ਕਰੂਗਾ, ਇਹਦਾ ਕੀ ਰਿਸਪੌਂਸਿਬਿਲਿਟੀ ਆ, ਉਧਾਰ ਲੈਣਾ ਇਹਨੇ, ਠੀਕ ਹੈ, ਤੇ ਇਹਨੂੰ ਫੇਰ ਉੱਪਰ ਕਰਨਾ ਇਹਦੇ ਇਕੁਅਲ ਲਿਆਉਣ ਲਈ। ਸੋ ਤਾਂ ਹੀ ਕਰਕੇ ਇਹਨੂੰ ਕੀ ਆ, ਬਿਲੋ ਦਾ ਲਾਈਨ ਤੇ ਇਹਨੂੰ ਅਬਵ ਦਾ ਲਾਈਨ ਕਿਹਾ ਜਾਂਦਾ। ਸੋ ਆਪਣਾ ਇਹ ਟੌਪਿਕ ਇੱਥੇ ਫਿਨਿਸ਼ ਹੁੰਦਾ। ਥੈਂਕ ਯੂ ਸਟੂਡੈਂਟਸ।